ਸਤਿਕਾਰਯੋਗ ਸਾਧ ਸੰਗਤ ਜੀਓ, ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਆਪਣੀ ਇਸ ਬੁੱਧਵਾਰ ਵਾਲੀ ਕਲਾਸ ਵਿੱਚ ਗੁਰਬਾਣੀ ਦੀ ਵਿਚਾਰ ਸਾਂਝੀ ਕਰਦੇ ਹਾਂ। ਤੇ ਅੱਜ ਜੋ ਆਪਾਂ ਵਿਚਾਰ ਸਾਂਝੀ ਕਰਨੀ ਹੈ ਉਹ ਸੰਗਤ ਵੱਲੋਂ ਹੀ ਜਿਹੜਾ ਮੈਨੂੰ ਟੌਪਿਕ ਦਿੱਤਾ ਗਿਆ ਹੈ, ਯਾਨੀ ਗੁਰਬਾਣੀ, ਜਿਸ ਦਾ ਸਿਰਲੇਖ ਹੈ ਸ਼ਲੋਕ ਵਾਰਾਂ ਤੇ ਵਧੀਕ। ਇਸ ਨੂੰ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਤੇ ਸਭ ਤੋਂ ਪਹਿਲਾਂ ਆਪਾਂ ਇੱਕ ਸੰਖੇਪ ਜਿਹੀ ਅਰਦਾਸ ਕਰਦੇ ਹਾਂ। ਅਰਦਾਸ ਅਸੀਂ 10 ਪਾਤਸ਼ਾਹੀਆਂ ਸਤਿਗੁਰੂ, 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਵਿੱਚ ਜੋ ਸਾਰੇ ਮਹਾਂਪੁਰਸ਼ ਆਏ ਨੇ, ਸੰਤ ਭਗਤ ਆਏ ਨੇ, ਉਹਨਾਂ ਸਭਨਾਂ ਨੂੰ ਯਾਦ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਸਾਨੂੰ ਇਸ ਪਵਿੱਤਰ ਬਾਣੀ ਦਾ ਸ਼ੁੱਧ ਪਾਠ, ਉਸ ਦੀ ਵਿਚਾਰ ਕਰਨ ਦੀ ਸਮਰੱਥਾ ਦੇਵੇ, ਵਿਵੇਕ ਦੇਵੇ, ਬੁੱਧ ਬਖਸ਼ੇ। ਉਹਦੇ ਨਾਲ ਨਾਲ ਅਸੀਂ ਇਸ ਬਾਣੀ ਦੇ ਵਿੱਚ ਆਏ ਵਿਚਾਰਾਂ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾ ਸਕੀਏ। ਇਹ ਮੇਰੀ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਹੈ। ਤੇ ਆਪ ਸਾਰੀ ਸੰਗਤ ਵੀ ਮਨ ਹੀ ਮਨ ਅਰਦਾਸ ਕਰਨਾ ਕਿ ਪ੍ਰਮਾਤਮਾ ਸਾਡੇ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਅਸੀਂ ਜਿਸ ਮਕਸਦ ਲਈ ਇੱਥੇ ਇਕੱਠੇ ਹੁੰਦੇ ਹਾਂ, ਅਸੀਂ ਆਪਣੇ ਮਕਸਦ ਨੂੰ ਪੂਰਿਆਂ ਕਰ ਪਾਈਏ। ਦੂਜੇ ਨੰਬਰ ਤੇ ਜਦੋਂ ਆਪਾਂ ਇਸ ਪਵਿੱਤਰ ਬਾਣੀ ਨੂੰ ਪੜ੍ਹਾਂਗੇ, ਇਹਦਾ ਪਾਠ ਵੀ ਕਰਾਂਗੇ ਤੇ ਇਹਦੇ ਵਿੱਚ ਆਏ ਔਖੇ ਸ਼ਬਦਾਂ ਦੇ ਅਰਥ, ਉਹਨਾਂ ਨੂੰ ਆਪਾਂ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੀਜੇ ਨੰਬਰ ਤੇ ਆਪਾਂ ਸਮੁੱਚੇ ਅਰਥ, ਯਾਨੀ ਜਿਹੜੇ ਸ਼ਬਦ ਅਰਥ ਹੁੰਦੇ ਨੇ, ਇਹਦਾ ਮਤਲਬ ਹੁੰਦਾ ਹੈ ਕਿ ਕਿਸੇ ਇੱਕ ਸ਼ਬਦ ਦਾ ਉਹਦੇ ਅਰਥ ਪੜ੍ਹਨੇ ਜਾਂ ਸਮਝਣੇ। ਤੇ ਜਦੋਂ ਆਪਾਂ ਤੀਜੇ ਨੰਬਰ ਵਾਲੇ ਅਰਥਾਂ ਦੀ ਗੱਲ ਕਰਦੇ, ਉਹਦਾ ਮਤਲਬ ਹੁੰਦਾ ਹੈ ਕਿ ਸਮੁੱਚੇ ਸ਼ਲੋਕ ਦੇ ਜਾਂ ਸਮੁੱਚੇ ਪੈਰਾਗ੍ਰਾਫ ਦੇ ਜਿਹੜੇ ਅਰਥ ਨੇ ਉਹਨਾਂ ਨੂੰ ਸਮਝਣਾ। ਚੌਥੇ ਨੰਬਰ ਤੇ ਹੈ ਭਾਵ ਅਰਥ। ਫਿਰ ਆਪਾਂ ਚੌਥੇ ਨੰਬਰ ਤੇ ਅਰਥਾਂ ਤੋਂ ਬਾਅਦ ਅੱਜ ਦੇ ਉਸ ਸ਼ਲੋਕ ਦੇ ਭਾਵ ਅਰਥ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਤੇ ਫਿਰ ਥੋੜ੍ਹਾ ਜਿਹਾ ਮੈਂ ਤੁਹਾਡੇ ਲਈ ਘਰ ਲਈ ਕੰਮ, ਯਾਨੀ ਜਿਹਨੂੰ ਆਪਾਂ ਹੋਮਵਰਕ ਆਖਦੇ ਹੁੰਦੇ ਆ, ਅੱਜ ਤੁਹਾਨੂੰ ਉਹ ਥੋੜ੍ਹਾ ਜਿਹਾ ਕੰਮ ਵੀ ਦੇਣਾ ਹੈ, ਤੁਸੀਂ ਉਸ ਨੂੰ ਕਰਨਾ ਹੈ। ਤੇ ਇਸ ਬਾਣੀ ਦਾ ਪਾਠ ਆਪਾਂ ਸ਼ੁੱਧ ਪਾਠ ਕਰਨ ਦੀ ਕੋਸ਼ਿਸ਼ ਹੀ ਹੈ ਆਪਣੀ ਜੀ। ਅਸੀਂ ਸ਼ੁੱਧ ਪਾਠ ਕਰ ਤੇ ਨਹੀਂ ਸਕਦੇ, ਲੇਕਿਨ ਕੋਸ਼ਿਸ਼ ਕਰਾਂਗੇ। ਤੇ ਕੋਸ਼ਿਸ਼ ਕਰਨੀ ਹੈ ਮੈਂ, ਜਿਹੜੀ ਇੱਕ ਆਪਣੇ ਕੋਲ ਕਿਤਾਬ ਹੈ ਪਾਠ ਭੇਦਾਂ ਦੀ ਸੂਚੀ, ਉਹਦੇ ਮੁਤਾਬਕ ਜਿਹੜਾ ਕੋਈ ਜਿੱਥੇ ਕਿਤੇ ਕੋਈ ਉਕਾਈ ਹੋਏਗੀ ਪਾਠ ਵਿੱਚ, ਆਪਾਂ ਇਸ ਪੁਸਤਕ ਦੇ ਆਧਾਰ ਤੇ ਉਹਨੂੰ ਸਮਝ ਕੇ ਪਾਠ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਨਹੀਂ ਕਹਿ ਰਿਹਾ ਕਿ ਅਸੀਂ ਸ਼ੁੱਧ ਪਾਠ ਕਰਾਂਗੇ, ਮੈਂ ਕਹਿ ਰਿਹਾ ਆਪਾਂ ਕੋਸ਼ਿਸ਼ ਕਰਾਂਗੇ। ਸੋ ਇਸ ਤੋਂ ਅੱਗੇ ਜਿਹੜੀ ਅੱਜ ਆਪਾਂ ਬਾਣੀ ਸ਼ੁਰੂ ਕਰਨੀ, ਉਹਦਾ ਸਿਰਲੇਖ ਹੈ ਸ਼ਲੋਕ ਵਾਰਾਂ ਤੇ ਵਧੀਕ। ਇਸ ਸਿਰਲੇਖ ਨੂੰ ਵੀ ਆਪਾਂ ਥੋੜ੍ਹਾ ਸਮਝਾਂਗੇ। ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ ਨੰਬਰ 1410 ਤੋਂ ਸ਼ੁਰੂ ਹੁੰਦੀ ਹੈ ਤੇ 1426 ਤੱਕ ਇਹ ਪਾਠ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕੁੱਲ 22 ਵਾਰਾਂ ਹਨ ਤੇ 22  ਵਾਰਾਂ ਵਿੱਚੋਂ 20 ਵਾਰਾਂ ਇਹੋ ਜਿਹੀਆਂ ਹਨ ਜਿਨ੍ਹਾਂ ਦੇ ਨਾਲ 22 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 ਵਾਰਾਂ ਇਹੋ ਜਿਹੀਆਂ ਹਨ ਜਿਨ੍ਹਾਂ ਦੇ ਨਾਲ
ਸ਼ਲੋਕ ਦਰਜ ਕੀਤੇ ਹੋਏ ਹਨ। 2 ਵਾਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਨਾਲ ਕੋਈ ਸ਼ਲੋਕ ਨਹੀਂ, ਉਹ ਕੇਵਲ ਪੌੜੀਆਂ ਦੇ ਰੂਪ ਵਿੱਚ ਹਨ। ਉਹ 2 ਵਾਰਾਂ ਨੇ ਸੱਤੇ ਬਲਵੰਡ ਦੀ ਵਾਰ ਅਤੇ ਰਾਗ ਬਸੰਤ ਦੀ ਵਾਰ। ਇਹ 2 ਵਾਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਨਾਲ ਸ਼ਲੋਕ ਨਹੀਂ ਦਰਜ ਕੀਤੇ ਗਏ। ਬਾਕੀ 20 ਜਿਹੜੀਆਂ ਵਾਰਾਂ ਨੇ ਉਹਨਾਂ ਦੇ ਨਾਲ ਸ਼ਲੋਕ ਦਰਜ ਹਨ। ਇਹ ਜਿਹੜੇ ਸ਼ਲੋਕ ਨੇ ਵਾਰਾਂ ਤੇ ਵਧੇਕ, ਇਸ ਬਾਣੀ ਵਿੱਚ ਪਹਿਲੇ ਪਾਤਸ਼ਾਹ ਦੇ 33 ਸ਼ਲੋਕ ਹਨ। ਦੂਜੇ ਪਾਤਸ਼ਾਹ ਦੇ ਸ਼ਲੋਕ ਇਸ ਸਿਰਲੇਖ ਥੱਲੇ ਨਹੀਂ ਹਨ। ਹੋਰ ਵਾਰਾਂ ਵਿੱਚ ਮੌਜੂਦ ਹਨ ਦੂਜੇ ਪਾਤਸ਼ਾਹ ਦੇ ਸ਼ਲੋਕ, ਪਰ ਵਾਰਾਂ ਤੇ ਵਧੇਕ ਵਿੱਚ ਨਹੀਂ ਹਨ। ਤੀਜੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਨੇ 67, ਚੌਥੇ ਪਾਤਸ਼ਾਹ ਦੇ ਸ਼ਲੋਕ ਨੇ 30 ਤੇ ਪੰਜਵੇਂ ਪਾਤਸ਼ਾਹ ਦੇ ਸ਼ਲੋਕ ਨੇ 22। ਸੋ ਇਹ ਸ਼ਲੋਕ ਵਾਰਾਂ ਤੇ ਵਧੇਕ ਦੇ ਸਿਰਲੇਖ ਥੱਲੇ 152 ਸ਼ਲੋਕ ਦਰਜ ਹਨ ਕੁੱਲ 4 ਗੁਰੂ ਸਾਹਿਬਾਨ ਦੇ। ਸੋ ਇਹਨਾਂ ਨੂੰ ਆਪਾਂ ਸਮਝਾਂਗੇ, ਲੰਮਾ ਸਮਾਂ ਲੱਗਣਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 16 ਪੇਜਿਸ ਹਨ। ਪਾਵਨ ਪੰਨੇ 16 ਹਨ ਤੇ ਹੌਲੀ ਹੌਲੀ ਆਪਾਂ ਸਮਝਾਂਗੇ। ਤੇ ਮੈਂ ਤੁਹਾਨੂੰ ਸਭਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਤੇ ਸਾਨੂੰ ਕਿਸੇ ਤਰ੍ਹਾਂ ਦੀ ਜਲਦੀ ਜਾਂ ਕਾਹਲੀ ਨਹੀਂ ਹੋਣੀ ਚਾਹੀਦੀ। ਮੈਨੂੰ ਬਿਲਕੁਲ ਨਹੀਂ ਜੇ, ਤੇ ਤੁਹਾਨੂੰ ਵੀ ਨਾ ਹੋਵੇ ਕਿ ਆਪਾਂ ਛੇਤੀ ਇਹਨੂੰ ਪੂਰਾ ਕਰਕੇ ਬਾਣੀ ਨੂੰ ਤੇ ਫਿਰ ਅੱਗੇ ਕੁਝ ਹੋਰ ਕਰਨਾ ਹੈ ਨਾ। ਉਸ ਤਰ੍ਹਾਂ ਦੀ ਜਲਦੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਨਾ ਕਰਾਂਗੇ, ਤਾਂ ਜੋ ਆਪਾਂ ਬਾਣੀ ਨੂੰ ਬੜੇ ਸਹਿਜ ਵਿੱਚ ਠਰਮੇ ਨਾਲ ਤੇ ਠੀਕ ਢੰਗ ਨਾਲ ਇਸ ਨੂੰ ਆਪਾਂ ਸਮਝ ਪਾਈਏ ਤੇ ਜੀਵਨ ਵਿੱਚ ਅਪਣਾਈਏ। ਤੇ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ, ਉਹ ਬੇਨਤੀ ਇਹ ਹੈ ਕਿ ਅੱਗੇ ਆਪਾਂ ਨਾ ਸੁਖਮਨੀ ਸਾਹਿਬ ਦੀ ਬਾਣੀ ਜਦੋਂ ਕਰਦੇ ਰਹੇ ਹਾਂ ਤੇ ਆਪਾਂ ਕਈ ਵਾਰੀ 45 ਮਿੰਟ, ਕਈ ਵਾਰੀ ਉਸ ਤੋਂ ਵੀ ਵੱਧ ਟਾਈਮ, ਆਪਾਂ 50 ਮਿੰਟ ਤੱਕ ਵੀ, ਇਸ ਤੋਂ ਵੀ ਜ਼ਿਆਦਾ ਕਥਾ ਲੰਬੀ ਹੋ ਜਾਂਦੀ ਸੀ। ਤੇ ਮੈਂ ਇੱਕ ਦਿਨ ਪੜ੍ਹ ਰਿਹਾ ਸਾਂ, ਇੱਕ ਦਿਮਾਗ ਦੇ ਜਿਹੜੇ ਮਾਹਿਰ ਡਾਕਟਰ ਨੇ, ਯਾਨੀ ਬ੍ਰੇਨ ਸਪੈਸ਼ਲਿਸਟ, ਉਹ ਦੱਸ ਰਹੇ ਸੀ ਕਿ ਜਿਹੜਾ ਮਨੁੱਖੀ ਦਿਮਾਗ ਹੈ ਇਹ ਅੱਧੇ ਕੁ ਘੰਟੇ ਤੱਕ, 30-35 ਮਿੰਟ ਤੱਕ ਕਿਸੇ ਵਿਚਾਰ ਨੂੰ ਲਗਾਤਾਰ ਬਿਨਾਂ ਰੋਕ ਟੋਕ ਦੇ ਸੁਣ ਸਕਦਾ ਹੈ ਤੇ ਉਸ ਨੂੰ ਆਪਣੇ ਅੰਦਰ ਜਜ਼ਬ ਕਰ ਸਕਦਾ ਹੈ। ਲੇਕਿਨ ਜੇ ਤੁਸੀਂ ਇਸ ਤੋਂ ਵੱਧ ਜਾਂਦੇ ਹੋ, ਇਸ ਤੋਂ ਅੱਗੇ ਚਲੇ ਜਾਂਦੇ ਹੋ, ਤੇ ਫਿਰ ਦਿਮਾਗ ਦੇ ਵਿੱਚ ਉਹਨੂੰ ਸੁਣੀ ਹੋਈ ਗੱਲ ਨੂੰ ਜਜ਼ਬ ਕਰਨ ਦੀ ਜਿਹੜੀ ਸਮਰੱਥਾ ਉਹ ਘਟ ਜਾਂਦੀ ਹੈ ਤੇ ਫਿਰ ਸਾਡਾ ਦਿਮਾਗ ਇੱਧਰ ਉੱਧਰ ਦੌੜਨ ਲੱਗ ਜਾਂਦਾ ਹੈ। ਸੋ ਉਹਦੇ ਲਈ ਮੈਂ ਇਸ ਤਰ੍ਹਾਂ ਚਾਹਾਂਗਾ, ਤੁਹਾਨੂੰ ਬੇਨਤੀ ਵੀ ਕਰਨਾ ਚਾਹਾਂਗਾ ਕਿ ਆਪਾਂ ਕੇਵਲ 30-35 ਮਿੰਟ ਹੀ ਕਥਾ ਦੇ ਰੱਖਾਂਗੇ। ਇਸ ਤੋਂ ਜ਼ਿਆਦਾ ਮੇਰਾ ਵਿਚਾਰ ਹੈ ਆਪਾਂ ਨਾ ਰੱਖੀਏ, ਤਾਂ ਕਿ ਅਸੀਂ ਸਾਡਾ ਦਿਮਾਗ ਜੋ ਹੈ ਉਹ ਇਸ ਵਿਚਾਰ ਨੂੰ ਚੰਗੀ ਤਰ੍ਹਾਂ ਆਪਣੇ ਅੰਦਰ ਸਮੋ ਸਕੇ, ਜਜ਼ਬ ਕਰ ਸਕੇ। ਸੋ ਇਸ ਤੋਂ ਅੱਗੇ ਬਾਣੀ ਸ਼ੁਰੂ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਨੇ ਇਸ ਨੂੰ ਮੂਲ ਮੰਤਰ ਵੀ ਆਖਦੇ ਆ, ਜੋ ਉੱਤੇ ਆਪਾਂ ਵੇਖਦੇ ਆ, ਤੇ ਇਸ ਨੂੰ ਮੰਗਲਾਚਰਨ ਵੀ ਆਖਿਆ ਜਾਂਦਾ ਹੈ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹਨੂੰ ਮੰਗਲਾਚਰਨ ਵੀ ਆਖਿਆ ਜਾਂਦਾ ਤੇ ਇਸ ਨੂੰ ਮੂਲ ਮੰਤਰ ਵੀ ਆਖਿਆ ਜਾਂਦਾ ਹੈ। ਸੋ ਆਪਾਂ ਇਸ ਦੀ ਵਿਚਾਰ ਕਾਫੀ ਡਿਟੇਲ ਵਿੱਚ ਕੀਤੀ ਹੋਈ ਹੈ ਜਦੋਂ ਆਪਾਂ ਜਪਜੀ ਸਾਹਿਬ ਦੀ ਵਿਚਾਰ ਨੂੰ ਸਮਝਿਆ ਸੀ, ਤੇ ਅੱਜ ਮੈਂ ਸੰਖੇਪ ਵਿੱਚ ਕਰਨਾ ਚਾਹਾਂਗਾ। ਗੁਰੂ ਨਾਨਕ ਸਾਹਿਬ ਜੀ ਦੀ ਲਿਖੀ ਹੋਈ ਇਹ ਰਚਨਾ ਹੈ, ਤੇ ਜਿਹੜਾ ਪਹਿਲਾ ਸਭ ਤੋਂ ਹੈ ਇੱਕ ਓੰਕਾਰ, ਉਹਦੇ ਵਿੱਚ
ਓੰਕਾਰ ਦਾ ਓੰਗ ਦਾ ਮਤਲਬ ਹੁੰਦਾ ਹੈ ਬ੍ਰਹਮ, ਤੇ ਕਾਰ ਦਾ ਮਤਲਬ ਹੁੰਦਾ ਹੈ ਲਗਾਤਾਰ ਇੱਕ ਰਸ ਵਿਆਪਕ, ਤੇ ਇੱਕ ਦਾ ਮਤਲਬ ਆਪਾਂ ਸਮਝਦੇ ਹੀ ਹਾਂ ਇੱਕ, ਕੇਵਲ ਇੱਕ। ਸੋ ਪਰਮਾਤਮਾ ਬ੍ਰਹਮ ਜੋ ਸਾਰੀ ਸੱਤਾ ਵਿੱਚ ਆਪਣੀ ਇਸ ਪੂਰੀ ਕਾਇਨਾਤ ਵਿੱਚ ਸ੍ਰਿਸ਼ਟੀ ਵਿੱਚ ਉਹ ਮੌਜੂਦ ਹੈ, ਇੱਕ ਰਸ ਲਗਾਤਾਰ ਵਿਆਪਕ ਹੈ, ਤੇ ਉਹ ਕੇਵਲ ਤੇ ਕੇਵਲ ਇੱਕ ਹੈ, ਉਹਦੇ ਵਰਗਾ ਕੋਈ ਹੋਰ ਨਹੀਂ। ਸਤ ਦਾ ਅਰਥ ਹੈ ਉਹਦੀ ਹੋਂਦ ਸਦਾ ਵਾਸਤੇ ਹੈ। ਕੁਦਰਤ ਦੀ ਹੋਂਦ ਕਦੇ ਹੁੰਦੀ ਹੈ, ਕਦੇ ਨਹੀਂ ਹੁੰਦੀ। ਉਹਦੇ ਵਿੱਚ ਆਪਾਂ ਸਾਰੇ ਜੀਵ ਜੰਤੂ ਵੀ ਆਉਂਦੇ ਹਾਂ, ਸਾਡੀ ਹੋਂਦ ਕਦੇ ਹੁੰਦੀ ਹੈ, ਕਦੇ ਨਹੀਂ ਹੁੰਦੀ। ਲੇਕਿਨ ਪਰਮਾਤਮਾ ਦੀ ਹੋਂਦ ਸਦਾ ਰਹਿੰਦੀ ਹੈ, ਇਸ ਲਈ ਉਸ ਨੂੰ ਸਤ ਆਖਿਆ। ਨਾਮ ਅੱਗੇ ਹੈ ਦਾ ਮਤਲਬ ਹੈ ਕਿ ਪਰਮਾਤਮਾ ਦੀ ਸਦੀਵੀ ਹੋਂਦ ਹੀ ਉਸ ਦਾ ਨਾਮ ਹੈ। ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਸਮੁੱਚੇ ਖੰਡਾਂ ਬ੍ਰਹਿਮੰਡਾਂ ਨੂੰ ਬਣਾਉਣ ਵਾਲਾ ਹੈ। ਤੇ ਪੁਰਖ ਦਾ ਮਤਲਬ ਹੈ ਉਹ ਇਹਦੇ ਵਿੱਚ ਸਮਾਇਆ ਹੋਇਆ, ਇਹਦੇ ਵਿੱਚ ਲੀਨ ਹੋ ਰਿਹਾ, ਵਿਆਪਕ ਹੋ ਰਿਹਾ। ਉਹ ਕਿਸੇ ਪ੍ਰਕਾਰ ਦੇ ਹਰ ਪ੍ਰਕਾਰ ਦੇ ਭੈ ਤੋਂ ਰਹਿਤ ਹੈ, ਯਾਨੀ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਭਉ ਜਾਂ ਹਿੰਦੀ ਵਿੱਚ ਭੈ ਕਹਿੰਦੇ ਨੇ, ਭੈ ਨਹੀਂ ਹੈਗਾ। ਉਹ ਕਿਸੇ ਨਾਲ ਵੈਰ ਨਹੀਂ ਕਰਦਾ, ਉਹ ਨਿਰਵੈਰ ਹੈ। ਅੱਗੇ ਹੈ ਅਕਾਲ। ਕਾਲ ਦਾ ਮਤਲਬ ਹੁੰਦਾ ਹੈ ਸਮਾਂ, ਅਕਾਲ ਦਾ ਮਤਲਬ ਹੈ ਸਮੇਂ ਤੋਂ ਰਹਿਤ। ਮੂਰਤ ਦਾ ਮਤਲਬ ਹੈ ਉਸ ਦਾ ਸਵਰੂਪ, ਉਸ ਦੀ ਹੋਂਦ। ਉਹਦਾ ਸਵਰੂਪ ਜਿਹੜਾ ਹੈ ਉਹ ਕਾਲ ਦੇ ਬੰਦਸ਼ ਤੋਂ ਪਰੇ ਬਾਹਰ ਹੈ, ਭਾਵ ਉਹ ਸਮੇਂ ਵਿੱਚ ਨਹੀਂ ਆਉਂਦਾ। ਅੱਗੇ ਅਜੂਨੀ, ਉਹ ਜੂਨਾਂ ਵਿੱਚ ਵੀ ਨਹੀਂ ਆਉਂਦਾ। ਸਹਿਬਹੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਉਸ ਨੂੰ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਆਪਣੇ ਆਪ ਤੋਂ ਕੇਵਲ ਆਪ ਹੈ। ਉਸ ਨੂੰ ਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾ ਸਕਦਾ ਹੈ, ਉਸ ਦੇ ਨਾਲ ਸਾਂਝ ਬਣਾਈ ਜਾ ਸਕਦੀ ਹੈ, ਉਸ ਦੇ ਵਿੱਚ ਆਪਣੀ ਸੁਰਤ ਨੂੰ ਲੀਨ ਕੀਤਾ ਜਾ ਸਕਦਾ ਹੈ ਗੁਰੂ ਦੀ ਕਿਰਪਾ ਦੁਆਰਾ। ਸੋ ਸਭ ਤੋਂ ਗੁਰੂ ਨਾਨਕ ਸਾਹਿਬ ਨੇ ਇਹ ਬਚਨ ਲਿਖੇ ਨੇ ਗੁਰਬਾਣੀ ਵਿੱਚ ਕਿ ਅਸਲ ਵਿੱਚ ਗੁਰੂ ਪਰਮੇਸ਼ਵਰ ਹੀ ਹੈ, ਤੇ ਉਸ ਦੀ ਕਿਰਪਾ ਦੁਆਰਾ ਹੀ ਸਾਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਗੁਰੂ ਸਾਨੂੰ ਸਮਝਾਉਂਦਾ ਹੈ ਕਿ ਪ੍ਰਮਾਤਮਾ ਦਾ ਸਰੂਪ ਕੀ ਹੈ, ਤੇ ਉਹ ਸਾਡੇ ਤੇ ਮਿਹਰਬਾਨੀ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ। ਸਾਨੂੰ ਇਹ ਸਭ ਕੁਛ ਉਹਨਾਂ ਨੇ ਇਸ ਮੂਲ ਮੰਤਰ ਵਿੱਚ ਜਾਂ ਮੰਗਲਾਚਰਨ ਵਿੱਚ ਬੜੇ ਪਿਆਰ ਨਾਲ ਸਮਝਾਇਆ ਹੈ। ਸੋ ਇਹ ਸੰਖੇਪ ਵਿਚਾਰ ਸੀ ਮੂਲ ਮੰਤਰ ਦੀ। ਜੇ ਤੁਸੀਂ ਇਹਨੂੰ ਹੋਰ ਡਿਟੇਲ ਵਿੱਚ ਸੁਣਨਾ ਸਮਝਣਾ ਹੋਵੇ ਤੇ ਤੁਸੀਂ ਜਪਜੀ ਸਾਹਿਬ ਵਾਲੀ ਜਿਹੜੀ ਕਥਾ ਹੈ ਉਸ ਤੋਂ ਪਹਿਲਾਂ ਇਹ ਮੰਗਲਾਚਰਨ ਆਪਾਂ ਕੀਤਾ, ਉਸ ਨੂੰ ਸੁਣ ਲੈਣਾ। ਅੱਗੇ ਬਾਣੀ ਦਾ ਸਿਰਲੇਖ ਹੈ ਸਲੋਕ ਵਾਰਾਂ ਤੇ ਵਧੀਕ। ਸਲੋਕ ਆਪਾਂ ਸਮਝਦੇ ਹਾਂ ਕਿ ਜ਼ਿਆਦਾਤਰ ਸਲੋਕ ਜਿਹੜੇ ਨੇ ਦੋਹਾ ਰੂਪ ਵਿੱਚ ਹੁੰਦੇ ਨੇ। ਦੋਹਾ ਦਾ ਮਤਲਬ ਹੁੰਦਾ ਹੈ ਦੋ ਲਾਈਨਾਂ ਵਾਲੇ ਸ਼ਬਦ, ਉਹਨਾਂ ਨੂੰ ਸਲੋਕ ਆਖਿਆ ਜਾਂਦਾ ਹੈ। ਪਰ ਗੁਰਬਾਣੀ ਇਸ ਬੰਦਸ਼ ਤੋਂ ਪਰੇ ਹੈ। ਗੁਰਬਾਣੀ ਵਿੱਚ ਇੱਕ ਇੱਕ ਲਾਈਨ ਦੇ ਸਲੋਕ ਵੀ ਮੌਜੂਦ ਨੇ, ਇੱਕ ਲਾਈਨ ਕੇਵਲ ਇੱਕ ਲਾਈਨ, ਉਹਦੇ ਸਲੋਕ ਵੀ ਮੌਜੂਦ ਨੇ, ਦੋ ਪੰਕਤੀਆਂ ਦੇ ਸਲੋਕ ਵੀ ਮੌਜੂਦ ਨੇ, ਤੇ ਉਸ ਤੋਂ ਵੱਧ 5-7 ਪੰਕਤੀਆਂ ਦੇ ਸਲੋਕ ਵੀ ਮੌਜੂਦ ਨੇ। ਸੋ ਸਲੋਕ ਦਾ ਜਿਹੜਾ ਮੂਲ ਰੂਪ ਹੁੰਦਾ ਹੈ ਉਹ ਦੋਹਾ ਰੂਪ ਵਿੱਚ ਹੁੰਦਾ ਹੈ, ਲੇਕਿਨ ਗੁਰਬਾਣੀ ਵਿੱਚ ਇਸ ਦੀ ਖੁੱਲ੍ਹ ਜਾਂ ਆਜ਼ਾਦੀ ਵਰਤੀ ਗਈ ਹੈ। ਪੰਕਤੀਆਂ ਵੱਧ ਘੱਟ ਹੋ ਸਕਦੀਆਂ ਨੇ। ਅੱਗੇ ਸ਼ਬਦ ਹੈ ਵਾਰਾਂ।
ਇਹ ਵਾਰ ਦਾ ਬਹੁ ਵਚਨ ਰੂਪ ਹੈ ਵਾਰਾਂ। ਵਾਰ ਇੱਕ ਗਾਇਕੀ ਦੀ ਕਿਸਮ ਹੈ, ਯਾਨੀ ਗਾਉਣ ਵਾਲਿਆਂ ਵਾਸਤੇ ਇੱਕ ਵੱਖਰੀ ਕਿਸਮ ਹੈ ਵਾਰਾਂ, ਜਿਸ ਨੂੰ ਆਖਦੇ ਹਾਂ। ਜਿਵੇਂ ਆਪਾਂ ਵੇਖਦੇ ਹਾਂ ਗੁਰਦੁਆਰਿਆਂ ਦੇ ਅੰਦਰ ਰਾਗੀ ਸਿੰਘ ਕੀਰਤਨ ਕਰਦੇ ਨੇ, ਤੇ ਕੀਰਤਨ ਦਾ ਜਿਹੜਾ ਸਟਾਈਲ ਹੈ, ਜਿਹੜਾ ਉਹਦੀ ਵਿਧੀ ਵਿਧਾਨ ਹੈ, ਉਹ ਆਪਣੀ ਕਿਸਮ ਦਾ ਹੈ। ਤੇ ਜਿਹੜੀਆਂ ਵਾਰਾਂ ਹੁੰਦੀਆਂ ਨੇ ਉਹ ਢਾਡੀ ਲੋਕ ਗਾਉਂਦੇ ਨੇ, ਢੱਡ ਤੇ ਸਰੰਗੀ ਦੇ ਨਾਲ। ਉਹਨਾਂ ਦਾ ਗਾਉਣ ਦਾ ਲਹਿਜਾ ਜਿਹੜਾ ਹੈ ਉਹ ਆਪਣੀ ਵੱਖਰੀ ਕਿਸਮ ਦਾ ਹੈ। ਸੋ ਵਾਰਾਂ ਜਿਹੜੀਆਂ ਜ਼ਿਆਦਾਤਰ ਯੋਧਿਆਂ, ਸੂਰਮਿਆਂ, ਮਹਾਨ ਪੁਰਸ਼ਾਂ, ਗੁਰੂਆਂ, ਭਗਤਾਂ ਦੀਆਂ ਗਾਈਆਂ ਜਾਂਦੀਆਂ ਨੇ। ਜ਼ਿਆਦਾਤਰ ਵਾਰਾਂ ਉਹਨਾਂ ਦੀਆਂ ਗਾਈ ਜਾਂਦੀਆਂ ਨੇ ਜਿਨ੍ਹਾਂ ਲੋਕਾਂ ਨੇ ਧਰਮ ਵਾਸਤੇ, ਦੇਸ਼ ਵਾਸਤੇ ਜਾਂ ਸਮਾਜ ਵਾਸਤੇ, ਲੋਕ ਭਲਾਈ ਵਾਸਤੇ ਆਖ ਲਈਏ, ਜ਼ੁਲਮ ਦੇ ਖਾਤਮੇ ਲਈ ਮੈਦਾਨੇ ਜੰਗ ਵਿੱਚ ਆਪਣਾ ਆਪਾ ਕੁਰਬਾਨ ਕੀਤਾ ਹੁੰਦਾ ਹੈ। ਉਹਨਾਂ ਦੀਆਂ ਜ਼ਿਆਦਾਤਰ ਲੋਕ, ਢਾਡੀ ਲੋਕ ਵਾਰਾਂ ਗਾਉਂਦੇ ਨੇ। ਸੋ ਅੱਗੇ ਹੈ ਵਾਰਾਂ ਤੇ ਵਧੇਕ। ਵਧੇਕ ਦਾ ਅਰਥ ਹੈ ਵਧੇ ਹੋਏ। ਆਪਾਂ ਪਿੱਛੇ ਸਮਝ ਲਿਆ ਕਿ ਗੁਰੂ ਸਾਹਿਬ ਨੇ 22 ਵਾਰਾਂ ਦੀ ਰਚਨਾ ਕੀਤੀ ਹੈ। 20 ਵਾਰਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਨਾਲ ਸ਼ਲੋਕ ਦਰਜ ਨੇ। ਹਰ ਪੌੜੀ ਦੇ ਨਾਲ, ਕਿਸੇ ਪੌੜੀ ਨਾਲ 2 ਸ਼ਲੋਕ ਦਰਜ ਨੇ, ਕਿਸੇ ਨਾਲ ਇਸ ਤੋਂ ਵੱਧ ਵੀ ਨੇ। ਤੇ ਜਿੰਨੇ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਪਹੁੰਚੇ ਸਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ, ਅਤੇ ਫਿਰ ਉਹਨਾਂ ਦੇ ਆਪਣੇ ਸ਼ਲੋਕ, ਤੇ ਕੁਝ ਸ਼ਲੋਕ ਭਗਤਾਂ ਦੇ ਵੀ ਹਨ ਜਿਹੜੇ ਵਾਰਾਂ ਵਿੱਚ ਦਰਜ ਕੀਤੇ ਹੋਏ ਨੇ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੌੜੀਆਂ ਦੇ ਨਾਲ, ਉਹਨਾਂ ਪੌੜੀਆਂ ਦੇ ਭਾਵ ਅਰਥਾਂ ਨਾਲ ਮਿਲਦੇ ਹੋਏ ਸ਼ਲੋਕ ਦਰਜ ਕਰਵਾਏ ਸਨ। ਮੂਲ ਰੂਪ ਵਿੱਚ ਜਿਹੜੀਆਂ ਵਾਰਾਂ ਨੇ ਉਹ ਕੇਵਲ ਪੌੜੀਆਂ ਹੁੰਦੀਆਂ ਸਨ, ਤੇ ਉਹਨਾਂ ਨਾਲ ਜਿਹੜੇ ਸ਼ਲੋਕ ਨੇ, ਜਿਵੇਂ ਅੱਜ ਕੱਲ੍ਹ ਆਪਾਂ ਜ਼ਿਆਦਾਤਰ ਵੇਖਦੇ ਹਾਂ ਆਸਾ ਕੀ ਵਾਰ, ਗੁਰੂ ਨਾਨਕ ਸਾਹਿਬ ਦੀ ਆਸਾ ਕੀ ਵਾਰ ਕੇਵਲ ਪਹਿਲਾਂ 24 ਪੌੜੀਆਂ ਹੀ ਹੁੰਦੀਆਂ ਸਨ। ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵਾਰ ਦੇ ਨਾਲ ਸ਼ਲੋਕ ਲਿਖਵਾਏ ਨੇ ਭਾਈ ਗੁਰਦਾਸ ਜੀ ਪਾਸੋਂ। ਸੋ ਇਸ ਤਰ੍ਹਾਂ 20 ਵਾਰਾਂ ਦੇ ਨਾਲ ਜਿਹੜੇ ਪੌੜੀਆਂ ਨਾਲ ਮੇਲ ਖਾਂਦੇ, ਭਾਵਾਂ ਨਾਲ ਮਿਲਦੇ ਹੋਏ ਸ਼ਲੋਕ ਦਰਜ ਕਰਵਾਏ। ਤੇ ਜਿਹੜੇ ਫਿਰ ਸ਼ਲੋਕ ਵੱਧ ਗਏ ਵਾਰਾਂ ਤੇ ਵਧੇਕ, ਯਾਨੀ ਜਿਹੜੇ ਵਾਰਾਂ ਤੋਂ ਵਿੱਚ ਦਰਜ ਕਰਨ ਤੋਂ ਵੱਧ ਗਏ, ਉਹ ਆਪਾਂ ਪਿੱਛੇ ਸਮਝਿਆ 152 ਸ਼ਲੋਕ ਨੇ। ਉਹ ਫਿਰ ਗੁਰੂ ਆਦਿ ਗ੍ਰੰਥ ਸਾਹਿਬ ਦੇ ਅਖੀਰ ਤੇ 9ਵੇਂ ਪਾਤਸ਼ਾਹ ਦੀ ਬਾਣੀ ਤੋਂ ਪਹਿਲਾਂ, ਕਿਉਂਕਿ ਉਦੋਂ 9ਵੇਂ ਪਾਤਸ਼ਾਹ ਦੀ ਬਾਣੀ ਅਜੇ ਸੀ ਨਹੀਂ, ਗੁਰੂ ਸਾਹਿਬ ਨੇ ਵਾਰਾਂ ਤੇ ਵਧੇਕ ਸਿਰਲੇਖ ਹੇਠਾਂ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਇਹ ਜਿਹੜੇ ਸ਼ਲੋਕ ਵੱਧ ਗਏ ਨੇ ਵਾਰਾਂ ਵਿੱਚ ਦਰਜ ਕਰਨ ਤੋਂ, ਇਹਨਾਂ ਸਾਰਿਆਂ ਸ਼ਲੋਕਾਂ ਨੂੰ ਇੱਥੇ ਇਕੱਠੇ ਇਸ ਸਿਰਲੇਖ ਹੇਠਾਂ ਦਰਜ ਕਰ ਦਿਓ। ਤੇ ਭਾਈ ਸਾਹਿਬ ਨੇ ਇਸ ਤਰ੍ਹਾਂ ਕਰ ਦਿੱਤਾ। ਅੱਗੇ ਹੈ ਮਹਿਲਾ ਪਹਿਲਾ। ਹੁਣ ਮੈਂ ਆਖਿਆ ਸੀ ਕਿ ਆਪਾਂ ਥੋੜ੍ਹਾ ਇਸ ਨੂੰ ਨਾ ਸ਼ੁੱਧ ਰੂਪ ਕੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਗੇ ਹੈ, ਮੈਂ ਥੱਲੇ ਜਿਹੜਾ ਬਲੂ ਕਲਰ ਵਿੱਚ ਤੁਸੀਂ ਵੇਖਦੇ ਹੋ, ਉਹ ਹੈ ਸ਼ਲੋਕ ਮਹਿਲਾ ਪਹਿਲਾ। ਜਿੱਥੋਂ ਆਪਾਂ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪਾਠ ਲਿਆ, ਉੱਥੇ ਹੈ ਸ਼ਲੋਕ ਵਾਰਾਂ ਤੇ ਵਧੇਕ ਮਹਿਲਾ ਪਹਿਲਾ। ਲੇਕਿਨ ਪਾਠ ਭੇਦਾਂ ਦੀ ਸੂਚੀ ਪੁਸਤਕ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਹੈ ਸ਼ਲੋਕ ਮਹਿਲਾ ਪਹਿਲਾ। ਸੋ ਇਹ ਆਪਾਂ ਪੜ੍ਹਾਂਗੇ ਮਹਿਲਾ ਪਹਿਲਾ ਹੀ, ਲੇਕਿਨ ਮੈਂ ਤੁਹਾਡੀ ਜਾਣਕਾਰੀ ਲਈ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਛਾਪੇਖਾਨੇ ਵਾਲਿਆਂ ਨੇ ਛਾਪਿਆ ਹੈ, ਤੇ ਉਹਨਾਂ ਕੋਲੋਂ ਇਹੋ ਜਿਹੀਆਂ ਬਹੁਤ ਸਾਰੀਆਂ ਉਕਾਈਆਂ ਰਹੀਆਂ ਨੇ। ਆਪਾਂ ਉਹਨਾਂ ਉਕਾਈਆਂ ਦੀ ਗੱਲ ਕਰਦੇ ਜਾਵਾਂਗੇ, ਲੇਕਿਨ ਆਪਣੇ ਕੋਲ
ਇਹ ਸਮਰੱਥਾ ਨਹੀਂ ਕਿ ਆਪਾਂ ਉਹਨਾਂ ਨੂੰ ਸੋਧ ਲਈਏ ਜਾਂ ਉਹਨੂੰ ਬਦਲ ਦਈਏ, ਉਹ ਅਸੀਂ ਨਹੀਂ ਕਰ ਪਾਵਾਂਗੇ, ਲੇਕਿਨ ਅਸੀਂ ਉਸ ਨੂੰ ਨਾਲ ਦੀ ਨਾਲ ਸਮਝਦੇ ਜ਼ਰੂਰ ਚੱਲਾਂਗੇ। ਸੋ ਆਓ ਹੁਣ ਆਪਾਂ ਸ਼ੁਰੂ ਕਰਦੇ ਹਾਂ ਸ਼ਬਦਾਰਥ ਯਾਨੀ ਸ਼ਬਦ ਅਰਥ। ਇਹ ਜਿਹੜੇ ਰੈੱਡ ਕਲਰ ਵਿੱਚ ਨੇ, ਇਹਨਾਂ ਦੇ ਸ਼ਬਦ ਅਰਥ ਆਪਾਂ ਸਮਝਣੇ ਨੇ। ਤੇ ਮੈਂ ਤੁਹਾਨੂੰ ਇਹ ਸ਼ਬਦ ਅਰਥ ਸਮਝਣ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਨਾ ਚਾਹਾਂਗਾ ਕਿ ਇਸ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਨੇ, ਆਪਾਂ ਉਹ ਸ਼ਬਦ ਹੂਬਹੂ ਪੜਾਂਗੇ ਤੇ ਉਹਨਾਂ ਦੀ ਵਿਚਾਰ ਵੀ ਕਰਾਂਗੇ। ਲੇਕਿਨ ਉਹ ਸ਼ਬਦ ਕੀ ਨੇ, ਜਿਵੇਂ ਇਹਦੇ ਵਿੱਚ ਥਣੀ ਸ਼ਬਦ ਲਿਖਿਆ ਗੁਰੂ ਜੀ ਨੇ, ਪਇਓਹਰੀ ਸ਼ਬਦ ਲਿਖਿਆ ਹੈ। ਤੇ ਮੈਂ ਬੇਨਤੀ ਇਹ ਕਰਨਾ ਚਾਹ ਰਿਹਾ ਕਿ ਇਹ ਨਾ ਸਾਡੀਆਂ ਮਾਤਾਵਾਂ ਦੇ, ਜਿੱਥੋਂ ਅਸੀਂ ਬੱਚੇ ਜਦੋਂ ਸਾਂ ਤੇ ਦੁੱਧ ਪੀਂਦੇ ਸਾਂ, ਉਹਨਾਂ ਥਣਾਂ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੋਈ ਏ। ਤੇ ਮੈਂ ਤੁਹਾਡੇ ਸਭਨਾਂ ਤੋਂ ਖਿਮਾ ਮੰਗ ਕੇ ਇਹ ਸ਼ਬਦ ਇਸੇ ਤਰ੍ਹਾਂ ਹੀ ਵਰਤਣੇ ਚਾਹਾਂਗਾ। ਆਪਾਂ ਸਾਰੇ ਭੈਣਾਂ ਭਰਾਵਾਂ ਦੀ ਤਰ੍ਹਾਂ ਇੱਥੇ ਬੈਠੇ ਹਾਂ, ਲੇਕਿਨ ਜੋ ਸ਼ਬਦ ਗੁਰੂ ਸਾਹਿਬ ਨੇ ਵਰਤੇ ਨੇ ਉਹ ਸਾਨੂੰ ਉਸੇ ਤਰ੍ਹਾਂ ਹੀ ਵਰਤਣੇ ਹੁੰਦੇ ਨੇ ਤੇ ਵਰਤਣੇ ਚਾਹੀਦੇ ਨੇ। ਸੋ ਇਸ ਲਈ ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ, ਇਸ ਤਰ੍ਹਾਂ ਨਾ ਸਮਝਣਾ ਕਿ ਮੈਂ ਇਹੋ ਜਿਹੇ ਸ਼ਬਦ ਕਿਉਂ ਬੋਲ ਰਿਹਾ ਹਾਂ। ਸੋ ਅਸੀਂ ਹੁਣ ਸਮਝਦੇ ਹਾਂ ਇਹ ਸ਼ਬਦ ਜਿਹੜੇ ਨੇ, ਇਹ ਜਿਹੜੇ ਲਾਲ ਕਲਰ ਵਿੱਚ ਨੇ, ਇਹ 7 ਸ਼ਬਦ ਨੇ। ਤੇ ਇਹਨਾਂ 7 ਸ਼ਬਦਾਂ ਨੂੰ ਆਪਾਂ ਪਹਿਲਾਂ ਕਰਮਵਾਰ ਸਮਝਦੇ ਹਾਂ, ਇਹਨਾਂ ਦੇ ਸ਼ਬਦ ਅਰਥ ਜਿਹੜੇ ਨੇ ਉਹ ਸਮਝਦੇ ਹਾਂ। ਉਤੰਗੀ, ਇਸ ਨੂੰ ਪਾਠ ਕਰਨ ਵਾਲੇ ਨਾ ਉਹ ਤੰਗੀ ਪੜ੍ਹ ਜਾਂਦੇ ਨੇ, ਉਹ ਤੰਗੀ ਨਹੀਂ ਪੜ੍ਹਨਾ, ਉਤੰਗੀ। ਇਹ 2 ਸ਼ਬਦਾਂ ਦੇ ਸੁਮੇਲ ਤੋਂ ਸ਼ਬਦ ਬਣਿਆ ਹੋਇਆ। ਉਤ ਜਮਾ ਅੰਗ। ਉਤ ਦਾ ਮਤਲਬ ਹੈ ਉੱਚਾ, ਤੇ ਅੰਗ ਆਪਾਂ ਸਮਝਦੇ ਹਾਂ ਸਾਡੇ ਸਰੀਰ ਦੇ ਜਿਹੜੇ ਅੰਗ ਨੇ। ਇੱਥੇ ਉਤੰਗੀ ਤੋਂ ਭਾਵ ਹੈ ਉੱਚਿਆਂ ਅੰਗਾਂ ਵਾਲੀ, ਉੱਚਿਆਂ ਅੰਗਾਂ ਵਾਲੀ, ਜਿਸ ਦੇ ਛਾਤੀ ਵਾਲੇ ਅੰਗ ਜਿਹੜੇ ਨੇ ਉਹ ਕਾਫੀ ਉੱਚੇ ਨੇ, ਯਾਨੀ ਉਹਦੀ ਛਾਤੀ ਭਰਵੀਂ ਹੈ। ਉਸ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਆਖ ਰਹੇ ਨੇ, ਉੱਚਿਆਂ ਅੰਗਾਂ ਵਾਲੀ। ਨੰਬਰ 2 ਤੇ ਹੈ ਪਇਓਹਰੀ। ਇਹ ਜਦੋਂ ਸੰਸਕ੍ਰਿਤ ਵਿੱਚੋਂ ਸ਼ਬਦ ਆਇਆ ਤੇ ਉੱਥੇ ਦਾ ਰੂਪ ਹੈ ਪਇਓਧਰੀ। ਪਇਓਧਰੀ, ਪਏ ਦਾ ਅਰਥ ਹੈ ਦੁੱਧ, ਤੇ ਧਰ ਦਾ ਅਰਥ ਹੈ ਧਾਰਨ ਵਾਲਾ, ਦੁੱਧ ਧਾਰਨ ਵਾਲਾ, ਯਾਨੀ ਮਾਤਾ ਦਾ ਥਣ ਜਿਹਦੇ ਵਿੱਚ ਬੱਚੇ ਦੇ ਪੀਣ ਵਾਸਤੇ ਦੁੱਧ ਹੁੰਦਾ ਹੈ, ਉਸ ਨੂੰ ਪਿਓਧਰ ਆਖਦੇ ਨੇ। ਤੇ ਇੱਥੇ ਸ਼ਬਦ ਹੈ ਪਇਓਹਰੀ। ਇਹਦਾ ਮਤਲਬ ਹੈ ਦੁੱਧ ਦੇ ਭਰਵੇਂ ਥਣਾਂ ਵਾਲੀ ਔਰਤ। ਇਹਦਾ ਮਤਲਬ ਇੱਥੇ ਇਹ ਬਣਦਾ ਹੈ। ਅੱਗੇ ਆਪਾਂ ਸਮਝਾਂਗੇ ਕਿ ਇਹ ਸ਼ਬਦ ਗੁਰੂ ਜੀ ਕਿਵੇਂ ਵਰਤ ਰਹੇ ਨੇ ਤੇ ਕਿਉਂ ਵਰਤ ਰਹੇ ਨੇ। ਇਸ ਨੂੰ ਆਪਾਂ ਜ਼ਰੂਰ ਸਮਝਾਂਗੇ ਜਦੋਂ ਆਪਾਂ ਇਸ ਸ਼ਲੋਕ ਦੇ ਭਾਵ ਅਰਥ ਸਮਝਾਂਗੇ। ਤੀਜਾ ਨੰਬਰ ਹੈ ਸੂਹੀਆ। ਇਹ ਸ਼ਬਦ ਹੈ ਸੂਹੀ। ਸੂਹੀ ਦਾ ਮਤਲਬ ਹੁੰਦਾ ਹੈ ਮੱਥਾ ਟੇਕਣਾ। ਇਹ ਪੋਠੋਹਾਰੀ ਬੋਲੀ ਦਾ ਸ਼ਬਦ ਹੈ। ਪੋਠੋਹਾਰ ਤੁਸੀਂ ਸ਼ਾਇਦ ਸਮਝਦੇ ਹੋਵੋਗੇ, ਅੱਜ ਕੱਲ੍ਹ ਪਾਕਿਸਤਾਨ ਵਿੱਚ ਉਹ ਇਲਾਕਾ ਹੈ ਪੋਠੋਹਾਰ ਦਾ, ਜਿੱਥੋਂ ਦੇ ਮਾਤਾ ਸਾਹਿਬ ਕੌਰ ਸਨ। ਉਸ ਇਲਾਕੇ ਨੂੰ ਪੋਠੋਹਾਰ ਦਾ ਇਲਾਕਾ ਆਖਦੇ ਨੇ। ਇਹ ਦਰਿਆ ਜੇਹਲਮ ਤੇ ਸਿੰਧ ਉਹਦੇ ਵਿਚਕਾਰ ਦਾ ਹਿੱਸਾ ਹੈ। ਉਸ ਨੂੰ ਪੋਠੋਹਾਰ ਦਾ ਇਲਾਕਾ ਆਖਦੇ ਨੇ। ਤੇ ਪੋਠੋਹਾਰੀ ਬੋਲੀ ਵਿੱਚ ਮੱਥਾ ਟੇਕਣ ਨੂੰ ਸੂਹੀ ਆਖਦੇ ਨੇ ਜਾਂ ਸੂਹੀਆ ਆਖਦੇ ਨੇ। ਸੋ ਇਹ ਪੋਠੋਹਾਰੀ ਬੋਲੀ ਦਾ ਸ਼ਬਦ ਹੈ। ਨੰਬਰ 4 ਹੈ ਗੱਚ। ਗੱਚ ਸ਼ਬਦ ਜਿਹੜਾ ਇਹ ਫਾਰਸੀ ਦਾ ਸ਼ਬਦ ਹੈ। ਇਹਦਾ ਅਰਥ ਹੈ ਚੂਨਾ। ਚੂਨਾ ਉਹ ਜਿਹੜਾ
ਮਸਾਲਾ ਜਿਹਨੂੰ ਅੱਜ ਕੱਲ੍ਹ ਆਪਾਂ ਪਲਸਤਰ ਆਖਦੇ ਹਾਂ, ਸੀਮੈਂਟ ਜਿਹੜਾ ਹੁੰਦਾ ਹੈ, ਇੱਟ ਪੱਥਰ ਆਦਿ ਦੀ ਚਿਨਾਈ ਦਾ ਮਸਾਲਾ। ਸੋ ਇਹ ਗੱਚ ਸ਼ਬਦ ਹੈ, ਇਹ ਫਾਰਸੀ ਦਾ ਸ਼ਬਦ ਹੈ, ਤੇ ਇਹ ਸ਼ਬਦ ਆਪਾਂ ਸਾਰੇ ਮਹਾਨ ਕੋਸ਼ ਵਿੱਚੋਂ ਲਏ ਹੋਏ ਨੇ। ਅੱਗੇ ਸ਼ਬਦ ਨੰਬਰ 5 ਹੈ ਗਿੜਵੜੀ। ਗਿੜਵੜੀ ਦਾ ਮਤਲਬ ਹੈ ਗਿਰਵਰ। ਇਹ ਹਿੰਦੀ ਤੇ ਪੰਜਾਬੀ ਦਾ ਮਿਲਵਾਂ ਸ਼ਬਦ ਹੈ, ਤੇ ਗਿਰਵਰ ਦਾ ਮਤਲਬ ਹੁੰਦਾ ਹੈ ਪਹਾੜ। ਭਗਤ ਰਵਿਦਾਸ ਜੀ ਨੇ ਆਪਣੀ ਬਾਣੀ 'ਚ ਗਿਰਵਰ ਸ਼ਬਦ ਵਰਤਿਆ ਹੋਇਆ ਹੈ। ਜੋ ਤੁਮ ਗਿਰਵਰ ਤੋ ਹਮ ਮੋਰਾ, ਭਾਵ ਕਿ ਜੇ ਤੂੰ ਪਹਾੜ ਬਣੇ, ਪ੍ਰਮਾਤਮਾ ਨੂੰ ਆਖਦੇ ਨੇ, ਤੇ ਮੈਂ ਮੋਰ ਬਣ ਕੇ ਉੱਥੇ ਪਹਿਲਾਂ ਪਾਵਾਂ, ਭਾਵ ਤੇਰਾ ਤੇ ਮੇਰਾ ਇਹੋ ਜਿਹਾ ਰਿਸ਼ਤਾ ਬਣੇ। ਸੋ ਇੱਥੇ ਗਿਰਵਰ ਸ਼ਬਦ ਤੋਂ ਇਹ ਗੁਰਮੁਖੀ ਵਿੱਚ ਗਿੜਵੜ ਸ਼ਬਦ ਬਣਿਆ ਹੈ, ਤੇ ਗਿੜਵੜੀ ਇਸ ਲਈ ਵਰਤਿਆ ਕਿਉਂਕਿ ਇੱਥੇ ਔਰਤ ਦੇ ਨਾਲ ਕੋਈ ਸੰਬੰਧਿਤ ਚੀਜ਼ਾਂ ਸਾਨੂੰ ਗੁਰੂ ਜੀ ਸਮਝਾਉਣਾ ਚਾਹ ਰਹੇ ਨੇ। ਨੰਬਰ 6 ਧੌਲ ਹਰੀ। ਚਿੱਟੇ ਰਾਜ ਮੰਦਿਰ ਚੌਬਾਰੇ, ਧੌਲਹਰ ਕਹਿੰਦੇ ਨੇ ਚੁਬਾਰੇ ਨੂੰ। ਤੇ ਧੌਲਹਰੀ ਦਾ ਮਤਲਬ ਹੈ ਇਹ ਬਹੁਵਚਨ ਰੂਪ ਵਿੱਚ ਸ਼ਬਦ ਹੈ, ਯਾਨੀ ਬਹੁਤ ਸਾਰੇ ਚੁਬਾਰੇ, ਬਹੁਤ ਸਾਰੇ ਪੱਕੇ ਮਹਿਲ ਮਾੜੀਆਂ। ਚਿੱਟੇ ਰਾਜ ਮੰਦਿਰ ਮਹਾਨ ਕੋਸ਼ ਵਿੱਚ ਲਿਖਿਆ ਹੋਇਆ ਹੈ। ਸੋ ਜਦੋਂ ਚਿੱਟੇ ਰਾਜ ਮੰਦਿਰ ਮੈਂ ਪੜ੍ਹਿਆ ਤੇ ਮੈਨੂੰ ਲੱਗਾ ਵੀ ਜੇ ਵਾਈਟ ਹਾਊਸ ਹੀ ਲਿਖ ਦਿੰਦੇ ਤੇ ਵਧੀਆ ਹੋ ਜਾਣਾ ਸੀ। ਤੇ ਅੱਗੇ ਨੰਬਰ 7 ਮੁੰਧ। ਮੁੰਧ ਸ਼ਬਦ ਜਿਹੜਾ ਹੈ ਇਹ ਸਿੰਧੀ ਬੋਲੀ ਦਾ ਸ਼ਬਦ ਹੈ, ਤੇ ਇਸ ਦਾ ਅਰਥ ਹੈ ਨਾਰੀ ਜਾਂ ਇਸਤਰੀ। ਸੋ ਇਹ ਸਾਰੇ ਸ਼ਬਦ ਆਪਾਂ ਮਹਾਨ ਕੋਸ਼ ਵਿੱਚੋਂ ਲਏ ਨੇ। ਤੇ ਜਿਹੜਾ ਇਹ 7 ਸ਼ਬਦ ਨੇ, ਜਿਹੜਾ ਮੈਂ ਤੁਹਾਨੂੰ ਹੋਮਵਰਕ ਦੇਣਾ ਹੈ ਉਹ ਇਹ ਕਿ 7 ਸ਼ਬਦ ਤੁਹਾਨੂੰ ਜ਼ੁਬਾਨੀ ਯਾਦ ਹੋਣੇ ਚਾਹੀਦੇ ਨੇ। ਮੈਂ ਅਗਲੀ ਜਦੋਂ ਆਪਾਂ ਕਲਾਸ ਲਾਵਾਂਗੇ ਤੇ 7 ਸ਼ਬਦ ਇਹ ਤੁਹਾਨੂੰ ਮੈਂ ਪੁੱਛਣੇ ਨੇ ਵੀ ਇਹਨਾਂ ਦੇ ਅਰਥ ਕੀ ਨੇ। ਗਿੜਵੜੀ ਦਾ ਅਰਥ ਕੀ ਹੈ, ਮੁੰਦ ਦਾ ਅਰਥ ਕੀ ਹੈ, ਭੈਓ ਹਰੀ ਦਾ ਅਰਥ ਕੀ ਹੈ। ਇਹ 7 ਸ਼ਬਦ ਨੇ ਤੇ ਬਹੁਤੇ ਔਖੇ ਨਹੀਂ ਹਨ, ਤੁਹਾਨੂੰ ਸਾਰਿਆਂ ਨੂੰ ਯਾਦ ਹੋ ਹੀ ਗਏ ਹੋਣੇ ਨੇ ਮੈਨੂੰ ਲੱਗਦਾ ਹੈ। ਸੋ ਇਹ 7 ਸ਼ਬਦ ਤੁਸੀਂ ਯਾਦ ਕਰਨੇ ਨੇ, ਤੇ ਮੈਂ ਥੋੜ੍ਹਾ ਹੋਮਵਰਕ ਤੁਹਾਨੂੰ ਇਸ ਲਈ ਦਿਆ ਕਰਨਾ, ਸਿਰਫ ਇਹੋ ਜਿਹਾ ਹਲਕਾ ਜਿਹਾ, ਤਾਂ ਕਿ ਸਾਡੇ ਕੋਲ ਨਾ ਥੋੜ੍ਹੀ ਗੁਰਬਾਣੀ ਦੀ ਵੋਕੈਬਲਰੀ ਵੱਧ ਜਾਏ, ਸ਼ਬਦਾਵਲੀ ਵੱਧ ਜਾਏ ਸਾਡੇ ਦਿਮਾਗ ਵਿੱਚ, ਤਾਂ ਕਿ ਜਦੋਂ ਆਪਾਂ ਪਾਠ ਕਰੀਏ ਤੇ ਇਹ ਸ਼ਬਦ ਜਿੱਥੇ ਕਿਤੇ ਵੀ ਆਉਣ। ਹੁਣ ਮੁੰਦ ਸ਼ਬਦ ਗੁਰਬਾਣੀ ਵਿੱਚ ਸੈਂਕੜੇ ਵਾਰੀ, ਹਜ਼ਾਰਾਂ ਵਾਰੀ ਆਉਣਾ, ਤੇ ਜਿੱਥੇ ਵੀ ਆਏਗਾ ਤੁਹਾਨੂੰ ਇਹਦੇ ਅਰਥ ਪਤਾ ਹੋਣਗੇ, ਤੇ ਤੁਹਾਨੂੰ ਡਿਕਸ਼ਨਰੀ ਫੋਲਣ ਦੀ ਲੋੜ ਨਹੀਂ ਪਏਗੀ। ਤੁਸੀਂ ਇੱਕਦਮ ਸਮਝ ਲਓਗੇ ਕਿ ਇਹਦਾ ਅਰਥ ਆ ਹੀ ਹੈ। ਇਸ ਲਈ ਮੈਂ 2-2, 4-4 ਸ਼ਬਦ ਹਰ ਕਥਾ ਵਿੱਚ ਆਪਾਂ ਇਹ ਹੋਮਵਰਕ ਦੀ ਤਰ੍ਹਾਂ ਮੈਂ ਤੁਹਾਨੂੰ ਜ਼ਰੂਰ ਦਿਆ ਕਰਾਂਗਾ, ਤੇ ਤੁਹਾਡੇ ਤੋਂ ਆਸ ਰੱਖਦਾ ਕਿ ਤੁਸੀਂ ਇਹ ਜ਼ਰੂਰ ਯਾਦ ਵੀ ਕਰੋਗੇ। ਇਹਦੇ ਵਿੱਚ ਤੁਹਾਡਾ ਹੀ ਲਾਭ ਹੋਏਗਾ ਜਦੋਂ ਤੁਸੀਂ ਬਾਣੀ ਨੂੰ ਪੜ੍ਹੋਗੇ। ਗੁਰਬਾਣੀ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਇਹੋ ਜਿਹੇ ਸ਼ਬਦ ਆਉਣਗੇ ਤੇ ਇੱਕਦਮ ਤੁਹਾਨੂੰ ਯਾਦ ਆ ਜਾਇਆ ਕਰਨਗੇ ਉਹਨਾਂ ਦੇ ਅਰਥ। ਤੇ ਇੱਕ ਤੇ ਇਹ ਹੋਮਵਰਕ ਹੈ ਤੁਹਾਡਾ 7 ਸ਼ਬਦ ਯਾਦ ਕਰਨੇ ਨੇ, ਤੇ ਇੱਕ ਹੋਮਵਰਕ ਨਹੀਂ, ਉਹ ਤੇ ਸਦਾ ਲਈਏ 5 ਮਿੰਟ ਮੂਲ ਮੰਤਰ ਹਰ ਰੋਜ਼ ਕਰੋ। ਜੋ ਤੁਸੀਂ ਪਹਿਲਾਂ ਕਰਦੇ ਹੋ, ਜਿੰਨਾ ਵੀ ਪਾਠ ਕਰਦੇ ਜੇ, ਭਜਨ ਬੰਦਗੀ ਕਰਦੇ ਜੇ, ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਜੇ, ਸੁਖਮਨੀ ਸਾਹਿਬ ਪੜ੍ਹਦੇ ਜੇ, 5 ਬਾਣੀਆਂ ਪੜ੍ਹਦੇ ਜੇ, ਜੋ ਵੀ ਤੁਸੀਂ ਬਹੁਤ ਪੜ੍ਹਦੇ ਹੋਵੋਗੇ, ਬਹੁਤ ਅਭਿਆਸ ਕਰਦੇ ਹੋਵੋਗੇ, ਪਰ ਉਹਦੇ ਨਾਲ ਇਹ 5 ਮਿੰਟ ਮੂਲ ਮੰਤਰ ਉਹਦੇ 'ਚ ਐਡ ਕਰ ਲਓ। ਤੇ ਇਹ ਮੈਂ ਤਾਂ ਤੁਹਾਨੂੰ ਆਖਿਆ, ਇਹ ਪਰਸੋਂ ਮੈਂ ਇਹ ਸਲਾਈਡਸ ਬਣਾ ਰਿਹਾ ਸਾਂ, ਤੇ ਮੇਰੇ ਮਨ 'ਚ ਆਇਆ ਕਿ ਮੂਲ ਮੰਤਰ ਦਾ ਆਪਾਂ ਥੋੜ੍ਹਾ ਅਭਿਆਸ ਜਾਰੀ ਕਰੀਏ, ਤੇ ਮੈਂ ਪਰਸੋਂ ਤੋਂ ਆਪ ਸ਼ੁਰੂ ਕੀਤਾ। 5 ਮਿੰਟ ਮੈਂ ਐਕਸਟਰਾ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਇਹਦੇ ਲਈ 5-7 ਮਿੰਟ ਮੈਂ ਲਗਾਉਣੇ ਸ਼ੁਰੂ ਕੀਤੇ ਨੇ। ਉਹ ਇਸ ਲਈ ਸ਼ੁਰੂ ਕੀਤੇ ਕਿ ਜੇ ਮੈਂ ਤੁਹਾਨੂੰ ਆਖਣਾ ਹੈ ਤੇ ਮੈਨੂੰ ਖੁਦ ਨੂੰ ਚਾਹੀਦਾ ਪਹਿਲਾਂ ਮੈਂ ਆਪ ਕਰਾਂ। ਸੋ ਮੈਂ ਇਸ ਨੂੰ ਸ਼ੁਰੂ ਕਰ ਦਿੱਤਾ, ਤੇ ਤੁਹਾਡੇ ਤੋਂ ਵੀ ਆਸ ਰੱਖਦਾ ਕਿ ਤੁਸੀਂ ਜਿਹੜਾ ਜਿਵੇਂ ਆਪਾਂ ਉੱਤੇ ਨਹੀਂ ਸ਼ਬਦ ਅਰਥ ਕੀਤੇ ਨੇ ਸੰਖੇਪ ਵਿੱਚ,
ਇਸ ਤਰ੍ਹਾਂ ਉਹਦੇ ਅਰਥਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 5-7 ਮਿੰਟ ਤੁਸੀਂ ਇਹਦਾ ਅਭਿਆਸ ਜ਼ਰੂਰ ਕਰਿਆ ਕਰਨਾ। ਜੇ ਹੋ ਸਕੇ ਤੇ ਕਰਨਾ, ਕੋਈ ਮੇਰੇ ਵੱਲੋਂ ਕੋਈ ਪਾਬੰਦੀ ਨਹੀਂ ਕਿਸੇ ਨੂੰ। ਜੇ ਹੋ ਸਕੇ ਤੇ ਤੁਸੀਂ ਜ਼ਰੂਰ ਕਰਨ ਦੀ ਕਿਰਪਾਲਤਾ ਕਰਨਾ। ਇਹ ਤੁਹਾਡਾ ਮੇਰੇ ਉੱਤੇ ਅਹਿਸਾਨ ਹੋਏਗਾ ਜੇ ਤੁਸੀਂ ਰੋਜ਼ਾਨਾ 5 ਮਿੰਟ ਗੁਰੂ ਮਹਾਰਾਜ ਦੀ ਪਵਿੱਤਰ ਬਾਣੀ, ਮੂਲ ਮੰਤਰ ਦਾ ਜਾਂ ਮੰਗਲਾਚਰਨ ਦਾ ਅਭਿਆਸ ਕਰੋਗੇ। ਸੋ ਆਓ ਹੁਣ ਸ਼ੁਰੂ ਕਰਦੇ ਹਾਂ ਆਪਾਂ ਸ਼ਬਦ ਅਰਥ। ਹੁਣ ਇਹਨੂੰ ਥੋੜ੍ਹਾ ਜਿਹਾ ਪਹਿਲਾਂ ਇਹ ਸਮਝਣਾ ਹੈ ਕਿ 30 ਮਿੰਟ ਹੋ ਗਏ ਨੇ, ਤੁਸੀਂ ਮੈਨੂੰ ਮਾਫ ਕਰਨਾ, ਅੱਜ 2-4 ਮਿੰਟ ਵੱਧ ਲੱਗ ਜਾਣੇ ਨੇ, ਕਿਉਂਕਿ ਅੱਜ ਨਾ ਆਪਾਂ ਇੰਟਰੋਡਕਸ਼ਨ ਵੀ ਦੇਣੀ ਸੀ, ਉਸ ਕਰਕੇ। ਤੇ ਇਹ ਨਾ ਜਿਹੜਾ ਸ਼ਲੋਕ ਹੈ, ਇਹ 2 ਸਹੇਲੀਆਂ, ਤੁਸੀਂ ਇੱਥੇ ਸ਼ਬਦ ਵੇਖਦੇ ਹੋ ਸਖੀਆਂ। ਇਹ ਸਖੀਏ ਗੱਚ ਜੇ ਲੱਗਾ ਗਿੜਵੜੀ, ਸਖੀਏ ਧੌਲ ਹਰੀ। ਇਹ 2 ਸਖੀਆਂ ਯਾਨੀ 2 ਸਹੇਲੀਆਂ ਵਿੱਚ ਗੱਲਬਾਤ ਹੋ ਰਹੀ ਹੈ। ਜਿਹੜੀ ਪਹਿਲੀ ਪੰਕਤੀ ਹੈ ਉਹਦੇ ਵਿੱਚ ਇੱਕ ਸਹੇਲੀ ਵੱਡੀ ਉਮਰ ਦੀ ਹੈ ਤੇ ਇੱਕ ਸਹੇਲੀ ਭਰ ਜੋਬਨ ਤੇ ਆ, ਯਾਨੀ ਪੂਰੀ ਜਵਾਨ ਕੁੜੀ ਹੈ। ਉਸ ਨੂੰ ਜਿਹੜੀ ਵੱਡੀ ਉਮਰ ਵਾਲੀ ਉਹਦੀ ਸਹੇਲੀ, ਉਹ ਇਹ ਗੱਲ ਕਹਿ ਰਹੀ ਹੈ। ਉਹ ਕਹਿੰਦੀ ਹੈ ਉਤੰਗੀ ਪੈ ਉਹ ਹਰੀ, ਭਾਵ ਜਿਸ ਜਵਾਨ ਧੀ ਭੈਣ ਦੀ ਛਾਤੀ ਬੜੀ ਭਰਵੀਂ ਹੈ, ਉਹਦੇ ਇਹ ਦੁੱਧ ਵਾਲੇ ਅੰਗ ਜਿਹੜੇ ਨੇ ਬੜੇ ਉੱਚੇ ਨੇ, ਵਧੇ ਹੋਏ ਨੇ। ਗਹਿਰੀ, ਇਹਨਾਂ ਤੁਸੀਂ ਅੱਗੇ ਬਲੂ ਕਲਰ ਵਿੱਚ ਵੇਖਦੇ ਹੋ, ਗਹਿਰੀ ਮੈਂ ਵੱਖਰਾ ਵੱਖਰਾ ਕਰਕੇ ਲਿਖਿਆ ਹੈ। ਇਹ ਮਹਾਨ ਕੋਸ਼ ਵਿੱਚ ਵੀ ਇਸ ਤਰ੍ਹਾਂ ਲਿਖਿਆ ਹੈ ਤੇ ਪਾਠ ਭੇਦਾਂ ਦੀ ਸੂਚੀ ਵਿੱਚ ਵੀ ਇਸ ਤਰ੍ਹਾਂ ਲਿਖਿਆ ਹੈ। ਪਰ ਜਿੱਥੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ, ਉੱਥੇ ਗਹਿਰੀ ਸ਼ਬਦ ਇਕੱਠਾ ਲਿਖਿਆ ਹੋਇਆ। ਸੋ ਇੱਥੇ ਇਹਦੇ ਮਤਲਬ ਨੇ, ਉਹ ਵੱਡੀ ਉਮਰ ਵਾਲੀ ਜਵਾਨ ਬੱਚੀ ਨੂੰ ਆਖਦੀ ਏ ਕਿ ਉੱਚੇ ਅੰਗਾਂ ਵਾਲੀ, ਭਰਵੀਂ ਛਾਤੀ ਵਾਲੀ ਬੱਚੀਏ, ਗਹਿਰੀ। ਗਹਿ ਦਾ ਮਤਲਬ ਹੁੰਦਾ ਧਾਰਨ ਕਰਨਾ, ਰੀ ਉਸ ਨੂੰ ਸੰਬੋਧਨ ਕੀਤਾ ਗਿਆ ਹੈ। ਗੰਭੀਰੀ ਦਾ ਮਤਲਬ ਹੁੰਦਾ ਹੈ, ਵੈਸੇ ਦੇ 3-4 ਅਰਥ ਨੇ ਗੰਭੀਰ ਸ਼ਬਦ ਦੇ। ਜਿਵੇਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਸ ਗੱਲ ਨੂੰ ਗੰਭੀਰਤਾ ਨਾਲ ਲਵੋ, ਇਸ ਮਸਲੇ ਨੂੰ ਹਲਕਾ ਨਾ ਲਵੋ, ਇਹਨੂੰ ਬੜੀ ਗੰਭੀਰਤਾ ਨਾਲ ਸੋਚੋ। ਪਰ ਇੱਕ ਗੰਭੀਰ ਦਾ ਅਰਥ ਹੁੰਦਾ ਹੈ ਨਮਰਤਾ ਧਾਰਨ ਕਰਨਾ। ਸੋ ਇੱਥੇ ਕੀ ਹੈ ਕਿ ਉਹ ਜਿਹੜੀ ਜਵਾਨ ਬੱਚੀ ਹੈ, ਉਹ ਵੱਡੀ ਉਮਰ ਵਾਲੀ ਮਾਂ ਨੂੰ ਇਉਂ ਲੱਗਦਾ ਹੈ ਕਿ ਜਿਵੇਂ ਉਹ ਬੜਾ ਹੰਕਾਰ ਵਿੱਚ ਰਹਿੰਦੀ ਹੈ, ਉਹ ਬੜਾ ਆਕੜ ਆਕੜ ਕੇ ਤੁਰਦੀ ਹੈ। ਉਸ ਨੂੰ ਉਹ ਕਹਿ ਰਹੀ ਹੈ ਵੀ ਤੂੰ ਨਿਮਰਤਾ ਧਾਰਨ ਕਰ, ਤੂੰ ਇੰਨੀ ਆਕੜ ਕੇ ਕਿਉਂ ਤੁਰਦੀ ਹੈ, ਤੇਰੇ ਵਿੱਚ ਇੰਨਾ ਹੰਕਾਰ ਕਿਉਂ ਹੈ, ਤੂੰ ਨਿਮਰਤਾ ਨੂੰ ਧਾਰਨ ਕਰ। ਇਹ ਗੱਲ ਉਹਨੂੰ ਵੱਡੀ ਸਹੇਲੀ ਕਹਿ ਰਹੀ ਹੈ। ਤੇ ਛੋਟੀ ਸਹੇਲੀ ਕੀ ਆਖਦੀ, ਉਹਦਾ ਨਵਾਂ ਅਜੇ ਵਿਆਹ ਹੋਇਆ ਹੈ, ਤੇ ਉਹ ਆਖਦੀ ਹੈ ਸੱਸੁੜ ਸੋਹੀਆ ਕਿਵ ਕਰੀ, ਨਿਵਨ ਨਾ ਜਾਏ ਥਣੀ। ਉਹ ਇਹ ਗੱਲ ਕਹਿ ਰਹੀ ਹੈ। ਹੁਣ ਤੁਸੀਂ ਸਮਝ ਜਾਓਗੇ ਕਿ ਉਤਲਾ ਬਚਨ ਉਹਨੂੰ ਕਿਉਂ ਆਖਿਆ ਗਿਆ। ਉਹ ਕਹਿ ਰਹੀ ਹੈ ਕਿ ਤੂੰ ਮੈਨੂੰ ਆਖਦੀ ਹੈ ਮੇਰੀ ਇਸ ਸਖੀਏ ਜਾਂ ਸਹੇਲੀਏ ਕਿ ਮੈਂ ਹੰਕਾਰ ਵਿੱਚ ਰਹਿੰਦੀ ਹਾਂ, ਮੈਂ ਆਕੜ ਕਰਦੀ ਹਾਂ, ਮੈਂ ਆਕੜ ਕੇ ਤੁਰਦੀ ਹਾਂ। ਅਸਲ ਵਿੱਚ ਗੱਲ ਇਹ ਨਹੀਂ। ਗੱਲ ਇਹ ਆ ਕਿ ਮੇਰੀ ਇੱਥੇ ਹੁਣ ਥਣੀ ਸ਼ਬਦ ਗੁਰੂ ਜੀ ਨੇ ਵਰਤਿਆ ਵੀ ਜਿਹੜੇ ਮੇਰੇ ਥਣ ਹਨ, ਜਿਨ੍ਹਾਂ ਤੋਂ ਬੱਚੇ ਨੇ ਦੁੱਧ ਪੀਣਾ ਆਉਣ ਵਾਲੇ ਸਮੇਂ 'ਚ, ਉਹ ਬੜੇ ਭਾਰੇ ਤੇ ਭਰਵੇਂ ਹਨ। ਉਹਨਾਂ ਵਿੱਚ ਅਕੜਾਪ ਚੜਿਆ ਹੋਇਆ ਹੈ, ਜਿਸ ਕਰਕੇ ਮੇਰੇ ਤੋਂ ਝੁਕਿਆ ਨਹੀਂ ਜਾਂਦਾ, ਮੇਰੇ ਤੋਂ ਲਿਫਿਆ ਨਹੀਂ ਜਾਂਦਾ, ਨਿਉਇਆ ਨਹੀਂ ਜਾਂਦਾ। ਤੇ ਤੈਨੂੰ ਲੱਗਦਾ ਹੈ ਕਿ ਮੈਂ ਆਪਣੀ ਸੱਸ ਨੂੰ ਮੱਥਾ ਨਹੀਂ ਟੇਕਦੀ, ਤੇ ਤਾਂ ਤੂੰ ਮੈਨੂੰ ਆਖਦੀ ਹੈ
कि मैं आकड़ वाली हाँ, मैं आकड़ वाली नहीं हाँ, सगों ये एक कारण उन्हें दस्या है कि मैं किस कारण झुक नहीं सकती, ये उसने अपना कारण दस्या। सो इत्थों एक गल होर समझ आउंदी है कि पुराने समय विच जिहड़ियां नवीआं विआहियां धीआं भैणां अपने घरां च आउंदियां सन, ਉਹ ਪਹਿਲਾਂ ਸੱਸ ਨੂੰ, ਸਹੁਰੇ ਨੂੰ, ਵੱਡਿਆਂ ਬਜ਼ੁਰਗਾਂ ਨੂੰ ਸਵੇਰੇ ਉੱਠ ਕੇ ਮੱਥਾ ਟੇਕਿਆ ਕਰਦੀਆਂ ਸਨ, ਉਹਨਾਂ ਦੇ ਪੈਰੀਂ ਹੱਥ ਲਾਉਂਦੀਆਂ ਸਨ। ਸੋ ਇਹ ਉਸ ਵਕਤ ਦਾ ਇੱਕ ਰਿਵਾਜ ਸੀ ਜਿਹੜਾ ਅੱਜ ਖਤਮ ਹੋ ਚੁੱਕਾ, ਇੱਥੇ ਹਾਏ ਬਾਏ ਰਹਿ ਗਈ ਸਾਡੇ ਪੱਲੇ। ਤੇ ਵੈਸੇ ਇਹ ਜੇ ਰਿਵਾਜ ਹੋਵੇ ਪੁਰਾਣਾ ਜਿਹੜਾ, ਤੇ ਬਹੁਤ ਚੰਗਾ ਹੈ। ਆਪਣੇ ਬਜ਼ੁਰਗਾਂ ਨੂੰ ਸਤਿਕਾਰ ਦੇਣਾ ਕੋਈ ਮਾੜੀ ਗੱਲ ਨਹੀਂ। ਸੋ ਉਸਨੇ ਨਾ ਇਹ ਜੀ ਕਾਰਨ ਦੱਸਿਆ ਹੈ ਕਿ ਤੂੰ ਮੈਨੂੰ ਹੰਕਾਰ ਵਾਲੀ ਨਾ ਸਮਝ, ਇਹ ਕਾਰਨ ਹੈ ਜਿਸ ਕਰਕੇ ਮੇਰੇ ਤੋਂ ਝੁਕ ਕੇ ਆਪਣੀ ਸੱਸ ਨੂੰ ਮੱਥਾ ਨਹੀਂ ਟੇਕਿਆ ਜਾਂਦਾ। ਹੁਣ ਉਹ ਦੂਜੀ ਸਖੀ ਜਿਹੜੀ ਪਹਿਲੇ ਵਾਲੀ, ਉਹ ਫਿਰ ਉਹ ਬਚਨ ਕਰਦੀ, ਉਹ ਕਹਿੰਦੀ ਏ, ਗੱਚ ਜੇ ਲੱਗਾ ਗਿੜ ਵੜੀ ਸਖੀਏ ਧੌਲ ਹਰੀ। ਹੇ ਮੇਰੀਏ ਸਹੇਲੀਏ, ਜਿਹੜੇ ਵੱਡੇ ਵੱਡੇ ਚੁਬਾਰੇ ਸਨ, ਮਹਿਲ ਮਾੜੀਆਂ ਸਨ, ਪਹਾੜਾਂ ਵਰਗੇ ਵੱਡੇ, ਜਿਨ੍ਹਾਂ ਨੂੰ ਚੂਨੇ ਦਾ ਗੱਚ ਲੱਗਾ ਹੋਇਆ ਸੀ, ਯਾਨੀ ਜਿਹੜੇ ਸੀਮੈਂਟਡ ਸਨ, ਪਲਸਤਰ ਕੀਤੇ ਹੋਏ ਸਨ। ਸੇ ਭੀ ਟਹਿੰਦੇ ਡਿੱਠ ਮੈਂ ਉਹ ਏਡੇ ਏਡੇ ਵੱਡੇ ਪਹਾੜਾਂ ਵਰਗੇ ਰਾਜ ਮਹਿਲ ਆਪਣੀ ਜ਼ਿੰਦਗੀ ਵਿੱਚ ਢਹਿੰਦੇ ਵੇਖ ਲਏ ਨੇ। ਮੁੰਧ ਨਾ ਗਰਭ ਥਨੀ, ਐ ਇਸਤਰੀ ਤੂੰ ਆਪਣੇ ਥਣਾ ਦਾ, ਭਰਮੀ ਛਾਤੀ ਦਾ ਹੰਕਾਰ ਨਾ ਕਰ, ਮਾਣ ਨਾ ਕਰ। ਸੋ ਇਹ ਗੱਲ ਦੋ ਸਹੇਲੀਆਂ ਵਿੱਚ ਹੋਈ ਏ। ਇਸ ਦੇ ਅਸੀਂ ਹੁਣ ਸੰਖੇਪ ਜਿਹੇ ਭਾਵ ਅਰਥ ਸਮਝਣੇ ਨੇ। ਭਾਵ ਅਰਥਾਂ ਵਿੱਚ ਆਪਾਂ ਇਹ ਗੱਲ ਸਮਝ ਸਕਦੇ ਹਾਂ ਕਿ ਅਸੀਂ ਸਾਰੇ ਜੀਵ ਰੂਪ ਇਸਤਰੀਆਂ ਹਾਂ, ਤੇ ਗੁਰੂ ਸਾਹਿਬ ਸਾਡੇ ਸਭਨਾਂ ਲਈ ਦੋ ਸਖੀਆਂ ਦੀ ਆਪਸ ਵਿੱਚ ਗੱਲਬਾਤ ਕਰਾਉਂਦੇ ਨੇ। ਇੱਕ ਸਖੀ ਜਿਹੜੀ ਥੋੜੀ ਵੱਡੀ ਉਮਰ ਦੀ ਹੈ, ਇੱਕ ਸਖੀ ਜਿਹੜੀ ਜਵਾਨ ਉਮਰ ਦੀ ਏ। ਵੱਡੀ ਉਮਰ ਦੀ ਸਖੀ ਦੇ ਰਾਹੀਂ ਉਸ ਨੂੰ ਛੋਟੀ ਉਮਰ ਵਾਲੀ ਸਖੀ ਨੂੰ ਸਮਝਾਉਂਦੇ ਨੇ ਕਿ ਬਈ ਤੁਹਾਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਤੁਹਾਨੂੰ ਮਾਣ ਤਿਆਗ ਦੇਣਾ ਚਾਹੀਦਾ ਹੈ। ਮਾਣ ਕਿਹੜਾ? ਜਵਾਨੀ ਦਾ ਮਾਣ ਬਹੁਤ ਵੱਡਾ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਬਚਨ ਲਿਖੇ ਹੋਏ ਨੇ, ਜੋਬਨ ਧਨ ਪ੍ਰਭਤਾ ਕੈ ਮਦ ਮੈਂ ਅਹਨਸ ਰਹਿ ਦੀਵਾਨਾ। ਇਹ ਤਿੰਨ ਚੀਜ਼ਾਂ ਜਿਹੜੇ ਬੰਦੇ ਕੋਲ ਆ ਜਾਂਦੀਆਂ ਨੇ, ਤਿੰਨਾਂ ਵਿੱਚੋਂ ਕੋਈ ਵੀ ਹੋਵੇ, ਉਹ ਮਾਨੋ ਉਸ ਨਸ਼ੇ ਵਿੱਚ ਕਮਲਾ ਹੋ ਜਾਂਦਾ ਹੈ। ਜੋਬਨ ਮੈਨੇ ਜਵਾਨੀ, ਤੇ ਧਨ ਰੁਪਈਆ ਪੈਸਾ, ਧਨ ਦੌਲਤ, ਤੇ ਫਿਰ ਅੱਗੇ ਹੈ ਪ੍ਰਭਤਾ, ਵਡਿਆਈ, ਮਾਨ, ਇੱਜ਼ਤ, ਉੱਚਾ ਅਹੁਦਾ, ਸਤਿਕਾਰ ਸੰਸਾਰ ਵਿੱਚ ਮਿਲਣਾ। ਇਹ ਤਿੰਨ ਚੀਜ਼ਾਂ ਜਿਸ ਵਿਅਕਤੀ ਕੋਲ ਆ ਜਾਣ, ਕੋਈ ਭਾਗਾਂ ਵਾਲਾ ਹੁੰਦਾ ਜਿਹੜਾ ਹੰਕਾਰ ਤੋਂ ਬਚਦਾ। ਨਹੀਂ ਤੇ ਜ਼ਿਆਦਾਤਰ ਲੋਕ ਇਸ ਜਵਾਨੀ ਦੇ, ਧਨ ਦੇ ਤੇ ਪ੍ਰਭਤਾ ਦੇ ਨਸ਼ੇ ਵਿੱਚ ਲੋਕਾਂ ਨੂੰ ਫਿਰ ਬੰਦਾ ਹੀ ਨਹੀਂ ਸਮਝਦੇ ਹੁੰਦੇ। ਸੋ ਗੁਰੂ ਜੀ ਕੁਝ ਇਹੋ ਜਿਹਾ ਭਾਵ ਅਰਥ ਇਸ ਸ਼ਲੋਕ ਵਿੱਚ ਸਾਨੂੰ ਦੱਸਣਾ ਚਾਹ ਰਹੇ ਨੇ ਕਿ ਭਾਈ ਆਪਣੀ ਜਵਾਨੀ ਦਾ, ਆਪਣੇ ਧਨ ਦਾ, ਆਪਣੀ ਪ੍ਰਭੁਤਾ ਦਾ ਮਾਣ ਨਾ ਕਰੋ, ਹੰਕਾਰ ਨਾ ਕਰੋ। ਵੱਡੀ ਸਖੀ ਇਹ ਸਾਨੂੰ ਸਮਝਾ ਰਹੀ ਏ ਕਿ ਮੈਂ ਵੱਡੇ ਵੱਡੇ ਲੋਕ ਜਿਹੜੇ ਰਾਵਣ ਵਰਗੇ, ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਸਮਝਦੇ ਸਨ, ਵੱਡੇ ਵੱਡੇ ਰਾਜੇ ਮਹਾਰਾਜੇ, ਉਹ ਢਹਿੰਦੇ ਵੇਖੇ ਨੇ ਆਪਣੀ ਜ਼ਿੰਦਗੀ ਵਿੱਚ, ਆਪਣੀਆਂ ਅੱਖਾਂ ਦੇ ਸਾਹਮਣੇ। ਤੁਸੀਂ ਵੇਖਿਆ ਹੋਣਾ ਕਿ ਕਿੰਨੇ ਲੋਕ ਵੱਡੇ ਵੱਡੇ ਹੰਕਾਰੀ, ਜਿਨ੍ਹਾਂ ਦੇ ਲੱਖਾਂ ਫਾਲੋਅਰਸ ਸਨ, ਜਿਹੜੇ ਰਾਜ ਭਾਗ ਦੇ ਮਾਲਕ ਸਨ, ਆਪਣੇ ਵੇਖਦਿਆਂ ਵੇਖਦਿਆਂ ਕਿੰਨੇ ਇਹੋ ਜਿਹੇ ਰਾਜੇ ਤੇ ਕਿੰਨੇ ਇਹੋ ਜਿਹੇ ਕਹੇ ਜਾਂਦੇ ਸੰਤ ਸਾਧੂ ਉਹ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਪਏ ਹੋਏ ਆਪਾਂ ਖੁਦ ਵੇਖੇ ਨੇ, ਆਪਣੇ ਜੀਵਨ ਵਿੱਚ ਵੇਖੇ ਨੇ। ਔਰ ਇਹ ਗੱਲ ਬਿਲਕੁਲ ਦਰੁਸਤ ਹੈ ਕਿ ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ, ਸੇ ਪੀ ਟਹਿੰਦੇ ਡਿੱਠ ਮੈਂ ਮੁੰਧ ਨਾ ਗਰਭ ਥਣੀ। ਇਹ ਜੀਵ ਰੂਪ ਇਸਤਰੀ, ਤੂੰ ਆਪਣੀ ਜਵਾਨੀ ਦਾ ਹੰਕਾਰ ਤੇ ਮਾਣ ਨਾ ਕਰ। ਵੱਡੇ ਵੱਡੇ ਲੋਕ
ਜਿਹੜੇ ਆਪਣੇ ਆਪ ਨੂੰ ਜਵਾਨ ਤੇ ਖੱਬੀ ਖਾਨ ਸਮਝਦੇ ਸਨ, ਮੈਂ ਉਹ ਢਹਿੰਦੇ ਵੇਖੇ ਨੇ। ਸੋ ਅਖੀਰ ਤੇ ਆਪਾਂ ਜੀ ਸਮਾਪਤੀ ਕਰਦੇ ਹਾਂ ਗੁਰੂ ਪਹਿਲੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਨਾਲ। ਉਹਨਾਂ ਨੇ ਲਿਖਿਆ, ਸਭ ਕੋ ਨਿਵੈ ਆਪ ਕਉ, ਪਰ ਕੋ ਨਿਵੈ ਨਾ ਕੋਏ, ਧਰ ਧਰ ਆਜੂ ਤੋਲੀਐ, ਨਿਵੈ ਸੋ ਗੌਰਾ ਹੋਏ। ਸਭ ਕੋ ਨਿਵੈ ਆਪ ਕੋ ਦਾ ਮਤਲਬ ਹੈ ਸਾਰੇ ਲੋਕ ਆਪਣੇ ਸਵਾਰਥ ਲਈ ਕਿਸੇ ਅੱਗੇ ਝੁਕਦੇ ਨੇ, ਆਪਣੇ ਸਵਾਰਥ ਲਈ ਕਿਸੇ ਨੂੰ ਨਮਸਕਾਰ ਕਰਦੇ ਨੇ, ਕਿਸੇ ਦੇ ਪੈਰੀਂ ਹੱਥ ਲਾਉਂਦੇ ਨੇ। ਪਰ ਕੋ ਨਿਵੈ ਨਾ ਕੋਏ, ਪਰ ਸਵਾਰਥ ਲਈ ਕੋਈ ਕਿਸੇ ਅੱਗੇ ਨਹੀਂ ਝੁਕਦਾ, ਕੋਈ ਨਹੀਂ ਨਿਵਦਾ, ਸਾਰੇ ਹੰਕਾਰ ਵਿੱਚ ਰਹਿੰਦੇ ਨੇ। ਲੇਕਿਨ ਗੁਰੂ ਜੀ ਆਖਦੇ ਨੇ, ਧਰ ਧਰ ਆਜੂ ਤੋਲੀ ਹੈ, ਨਿਵੈ ਸੋ ਗੌਰਾ ਹੋਏ। ਤੁਸੀਂ ਤੱਕੜੀ ਦੇ ਦੋ ਛਾਬਿਆਂ ਤੇ ਦੋਹਾਂ ਤਰ੍ਹਾਂ ਦੇ ਲੋਕਾਂ ਨੂੰ ਰੱਖ ਕੇ ਵੇਖ ਲਓ, ਜਿਹੜਾ ਨਿਉ ਜਾਂਦਾ ਹੈ ਉਹ ਭਾਰਾ ਹੁੰਦਾ ਹੈ, ਜਿਹੜਾ ਛਾਬਾ ਤੱਕੜੀ ਦਾ ਨੀਵਾਂ ਹੁੰਦਾ ਹੈ ਉਹਦੇ ਵਿੱਚ ਭਾਰ ਵਧੇਰੇ ਹੁੰਦਾ ਹੈ, ਜਿਹੜਾ ਹੌਲਾ ਹੁੰਦਾ ਹੈ ਉੱਚਾ ਉੱਠ ਜਾਂਦਾ ਹੈ। ਸੋ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਨੇ, ਭਾਈ ਅਹੰਕਾਰ ਦਾ ਤਿਆਗ ਕਰੋ, ਮਾਣ ਦਾ ਤਿਆਗ ਕਰੋ। ਕਿਸੇ ਪ੍ਰਕਾਰ ਦਾ ਵੀ ਹੰਕਾਰ, ਚਾਹੇ ਆਪਣੀ ਵਿੱਦਿਆ ਦਾ ਹੋਵੇ, ਚਾਹੇ ਆਪਣੇ ਗੁਣਾਂ ਦਾ ਹੋਵੇ, ਚਾਹੇ ਆਪਣੀ ਜਵਾਨੀ ਦਾ ਹੋਵੇ, ਧਨ ਪਦਾਰਥ ਦਾ ਹੋਵੇ, ਬੱਚਿਆਂ ਦਾ ਹੋਵੇ, ਕਿਸੇ ਪ੍ਰਕਾਰ ਦਾ ਅਸੀਂ ਹੰਕਾਰ ਜਾਂ ਮਾਣ ਆਪਣੇ 'ਚ ਨਹੀਂ ਰੱਖਣਾ। ਨਿਮਰਤਾ ਧਾਰਨ ਕਰਨੀ, ਤੇ ਜਿਹੜਾ ਨਿਉ ਜਾਂਦਾ ਬੰਦਾ ਉਹ ਭਾਰਾ ਹੁੰਦਾ ਹੈ, ਉਹ ਹਲਕਾ ਨਹੀਂ ਹੁੰਦਾ। ਸੋ ਗੁਰੂ ਸਾਹਿਬ ਨੇ ਸਾਨੂੰ ਅੱਜ ਦੇ ਇਸ ਸ਼ਲੋਕ 12 ਤੇ ਵਧੀਕ ਦੇ ਅੰਦਰ, ਜਿਹੜਾ ਪਹਿਲਾ ਸ਼ਲੋਕ ਹੈ ਉਹਦੇ ਵਿੱਚ ਇਸ ਤਰ੍ਹਾਂ ਇਹ ਦੋ ਸਖੀਆਂ ਦੀ ਆਪਸ ਵਿੱਚ ਗੱਲਬਾਤ ਕਰਵਾ ਕੇ ਤੇ ਸਾਨੂੰ ਬੜੀ ਸੋਹਣੀ ਜਾਣਕਾਰੀ, ਬੜੀ ਸੋਹਣੀ ਸਿੱਖਿਆ ਗੁਰੂ ਮਹਾਰਾਜ ਜੀ ਨੇ ਬਖਸ਼ੀ ਹੈ। ਆਪਾਂ ਇਸ ਸਿੱਖਿਆ ਨੂੰ ਹਿਰਦੇ ਵਿੱਚ ਵਸਾਉਣਾ ਹੈ, ਹੰਕਾਰ ਤੇ ਮਾਣ ਤਿਆਗਣਾ ਹੈ ਤੇ ਨਿਮਰਤਾ ਨੂੰ ਧਾਰਨ ਕਰਨਾ ਹੈ। ਇੰਨੇ ਸ਼ਬਦ ਆਪ ਜੀ ਨਾਲ ਸਾਂਝੇ ਕੀਤੇ ਨੇ। ਅਨੇਕ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਦੀ ਤੁਸੀਂ ਖਿਮਾ ਕਰਨਾ। ਤੁਸੀਂ ਬੜੇ ਪਿਆਰ ਨਾਲ ਬੈਠ ਕੇ ਵਿਚਾਰ ਨੂੰ ਸੁਣਿਆ। ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।